ਕਿਸਾਨਾਂ ਖਿਲਾਫ ਜਿਹੜੇ ਦਰਜ ਹੋਏ ਕੇਸ ਉਹ ਰੱਦ ਹੋਣਗੇ। ਖੇਤੀ ਬਿੱਲਾਂ ਖਿਲਾਫ ਸੰਘਰਸ਼ 'ਚ ਕਾਂਗਰਸ ਤੇ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ। बिल्कुल जी, किसान संघर्ष है इस वे अपनी चरम सीमा वाल वध रहा है। पहला वख-वख थावां दे उत्ते लोकां ने परसों जाम लाए सी, वो जाम चुक दिते है। पालवा, माझा ते दुआबा तिन्ना इलाकिਆਂ ਨੂੰ ਮਿਲਾਉਣ ਵਾਲੇ ਜਿਹੜੇ ਤਿੰਨ ਪੁਲ ਸੀ, ਉਹਨਾਂ ਤਿੰਨਾਂ ਪੁਲਾਂ ਦੇ ਉੱਪਰ ਵੀ ਬੜੇ ਵੱਡੇ ਮੋਰਚੇ ਲਾਏ ਹੋਏ ਸੀ, ਇਸ ਦਾ ਜਾਮ ਕੀਤਾ ਹੋਇਆ ਸੀ ਜੀ। ਲੋਕਾਂ ਦੀ ਫੈਸਿਲਿਟੀ ਨੂੰ ਮੁੱਖ ਰੱਖਦਿਆਂ ਪ੍ਰਬੰਧਕਾਂ ਨੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਬੰਧਕ ਹੈ, ਉਹਨਾਂ ਨੇ ਉਹ ਜਾਮ ਹੈ ਜਿਹੜੇ ਉਠਾ ਦਿੱਤੇ ਹੈ, ਕਿਉਂਕਿ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਹੈ। ਮੈਂ ਸਮਝਦਾ ਕਿਸਾਨ ਅੰਦੋਲਨ ਦਾ ਇਹ ਖੂਬਸੂਰਤ ਪੱਖ ਹੈ ਕਿ ਲੋਕਾਂ ਨੂੰ ਤੰਗ ਕਰਕੇ ਅਸੀਂ ਆਪਣੀ ਗੱਲ ਨਹੀਂ ਕਰਨੀ, ਆਪਣੀ ਗੱਲ ਵੀ ਕਰਨੀ ਹੈ, ਸਰਕਾਰ ਤੱਕ ਅਸੀਂ ਆਪਣਾ ਰੋਸ ਵੀ ਪਹੁੰਚਾਉਣਾ, ਪਰ ਲੋਕਾਂ ਨੂੰ ਨਾਲ ਰੱਖਣਾ, ਲੋਕਾਂ ਨੂੰ ਆਪਣੇ ਵਿਰੋਧ ਵਿੱਚ ਖੜਾ ਨਹੀਂ ਕਰਨਾ। ਇਹ ਬਹੁਤ ਸਿਆਣੀ ਸੋਚ ਹੈ, ਔਰ ਇਸ ਸੋਚ ਤੋਂ ਬਗੈਰ ਕਦੇ ਵੀ ਸੰਘਰਸ਼ ਅੱਗੇ ਨਹੀਂ ਵੱਧ ਸਕਦੇ। ਬਿਲਕੁਲ ਜੀ। ਇਸੇ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟਿਆਲਾ ਦੇ ਇੱਕ ਸ਼ਖਸ ਨੇ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਤਾਂ 2019 ਦੀ ਹੈ, ਪਰ ਉਹਨੇ ਇੱਕ ਨਵੀਂ ਐਪਲੀਕੇਸ਼ਨ ਦਾਇਰ ਕਰ ਦਿੱਤੀ ਸੀ ਕਿ ਜੀ ਲੋਕਾਂ ਦੇ ਆਵਾਗਮਨ ਦੇ ਵਿੱਚ ਵਾਧਾ ਪੈਂਦਾ ਹੈ, ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਇਸ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੈ ਜਿਹੜੀ ਕੋਈ ਡਾਇਰੈਕਸ਼ਨ ਦੇਵੇ ਇਨ ਸਰਕਾਰ ਵਾਸਤੇ ਕਿ ਇਹਨਾਂ ਬੰਦਾਂ ਨੂੰ ਬੰਦ ਕਰਵਾਇਆ ਜਾਵੇ, ਇਹ ਜਾਮ ਹੈ ਜਿਹੜੇ ਚੁਕਵਾਏ ਜਾਣ। ਕੱਲ ਇਹ ਵਿਚਾਰ ਹੋਇਆ ਸੀ, ਪੰਜਾਬ ਸਰਕਾਰ ਨੇ ਜਵਾਬ ਦੇ ਦਿੱਤਾ ਹੈ। ਉਹਨਾਂ ਨੇ ਕਹਿ ਦਿੱਤਾ ਕਿ ਕਿਸਾਨ ਜਥੇਬੰਦੀਆਂ ਨਾਲ ਸਾਡੀ ਸਹਿਮਤੀ ਬਣ ਗਈ ਹੈ, ਬਹੁਤ ਹੱਦ ਤੱਕ ਜਿਹੜੀਆਂ ਸੜਕਾਂ ਸਾਫ਼ ਹੋ ਚੁੱਕੀਆਂ, ਫਿਰ ਵੀ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਇੱਕ ਦੋ ਜਥੇਬੰਦੀਆਂ ਹਾਲੇ ਅੜੀਆਂ ਹੋਈਆਂ ਉਹਨਾਂ ਨੂੰ ਕਨਵਿੰਸ ਕਰ ਰਹੇ ਹਾਂ ਕਿ ਰਸਤੇ ਬੰਦ ਨਾ ਕੀਤੇ ਜਾਣੇ। ਗੱਲ ਚੰਗੀ ਹੈ ਜੀ। ਕੱਲ ਪੰਜਾਬ ਦੀ ਕਾਂਗਰਸ ਪਾਰਟੀ ਦਾ ਤੇ ਪੰਜਾਬ ਸਰਕਾਰ ਦਾ ਇੱਕ ਸਾਂਝਾ ਵਫਦ ਗਵਰਨਰ ਪੰਜਾਬ ਨੂੰ ਮਿਲਣ ਵਾਸਤੇ ਜਾਂਦਾ ਹੈ। ਗਵਰਨਰ ਪੰਜਾਬ ਨੂੰ ਇੱਕ ਮੈਮੋਰੰਡਮ ਦਿੱਤਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਹੇਠ। ਕੀ ਕਹਿ ਰਿਹਾ ਮੈਮੋਰੰਡਮ? ਉਹ ਮੈਮੋਰੰਡਮ ਇਹ ਕਹਿ ਰਿਹਾ ਕਿ ਜਿਹੜੇ 3 ਆਰਡੀਨੈਂਸ ਕਿਸਾਨ ਆਪਣੀ ਪਾਰਲੀਮੈਂਟ ਵੱਲੋਂ ਸਰਕਾਰ ਪਾਸ ਕਰਵਾ ਰਹੀ ਹੈ, ਉਹਦੇ ਵਿੱਚੋਂ ਲੋਕ ਸਭਾ ਚ ਇੱਕ ਬਿੱਲ ਪਾਸ ਵੀ ਹੋ ਗਿਆ ਐਸੈਂਸ਼ੀਅਲ ਕਮੋਡਿਟੀ ਵਾਲਾ, ਤੇ ਬਾਕੀ 2 ਪਾਸ ਹੋਣੇ ਰਹਿੰਦੇ ਆ, ਉਹ ਪਾਸ ਹੋ ਜਾਣਗੇ। ਪਾਸ ਤਾਂ ਤਿੰਨੇ ਹੀ ਹੋਣਗੇ ਕਿਉਂਕਿ ਜਿੰਨੀ ਦੇਰ ਤੱਕ ਰਾਜ ਸਭਾ ਚੋਂ ਪਾਸ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਇਹਨਾਂ ਬਿੱਲਾਂ ਨੂੰ ਬਿੱਲ ਨਹੀਂ ਮੰਨ ਸਕਦੇ। ਫਿਰ ਇਹ ਜਦੋਂ ਪਾਸ ਹੋਣ ਤੋਂ ਬਾਅਦ ਬਿੱਲ ਰਾਸ਼ਟਰਪਤੀ ਕੋਲੇ ਜਾਣਗੇ, ਰਾਸ਼ਟਰਪਤੀ ਸਾਹਿਬ ਇਹਨੂੰ ਪ੍ਰਵਾਨਗੀ ਦੇਣਗੇ, ਫਿਰ ਇਹ ਵੱਖ-ਵੱਖ ਸੂਬਿਆਂ ਦੇ ਵਿੱਚ ਲਾਗੂ ਹੋਣਗੇ। ਜੱਦੀ ਸਾਹਿਬ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਨਹੀਂ ਜਾਣਕਾਰੀ ਹੁੰਦੀ, ਮੈਨੂੰ ਵੀ ਕੱਲ ਇਹਦੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਵਿੱਚ ਉਨੀ ਦੇਰ ਤੱਕ ਇਹ ਬਿੱਲ ਇਹ ਕਾਨੂੰਨ ਲਾਗੂ ਨਹੀਂ ਹੋਣਗੇ ਜਿੰਨੀ ਦੇਰ ਤੱਕ ਇਹ ਨੋਟੀਫਾਈ ਨਹੀਂ ਹੁੰਦੇ। ਤੇ ਨੋਟੀਫਾਈ ਕਿਹਨੇ ਕਰਨਾ ਹੈ? ਨੋਟੀਫਾਈ ਕਰਨਾ ਪੰਜਾਬ ਦੇ ਗਵਰਨਰ ਨੇ। ਸੋ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਕੱਲ ਅਗਾਊਂ ਗਵਰਨਰ ਕੋਲ ਪਹੁੰਚ ਗਏ। ਉਹਨਾਂ ਨੇ ਗਵਰਨਰ ਨੂੰ ਬੇਨਤੀ ਕੀਤੀ ਹੈ ਕਿ ਭਾਵੇਂ ਲੋਕ ਸਭਾ, ਰਾਜ ਸਭਾ, ਪਾਰਲੀਮੈਂਟ, ਰਾਸ਼ਟਰਪਤੀ ਸਾਹਿਬ ਇਹਨਾਂ ਬਿੱਲਾਂ ਨੂੰ ਪ੍ਰਵਾਨਗੀ ਦੇ ਦੇਣ, ਪਰ ਅਸੀਂ ਪੰਜਾਬ ਦੇ ਵਿੱਚ ਇਹ ਬਿੱਲ ਲਾਗੂ ਨਹੀਂ ਕਰਨੇ। ਜੇ ਪੰਜਾਬ ਦੇ ਵਿੱਚ ਇਹ ਬਿੱਲ ਲਾਗੂ ਕਰਾਂਗੇ ਤੇ ਪੰਜਾਬ ਦੀ ਹਾਲਤ ਹੈ ਜਿਹੜੀ ਉਹ ਵਿਗੜ ਜਾਣੀ ਹੈ। ਖਾਸ ਕਰਕੇ ਉਹਨਾਂ ਨੇ ਲਾਅ ਐਂਡ ਆਰਡਰ ਦੇ ਪੱਖ ਤੋਂ ਕਿਹਾ ਕਿ ਲਾਅ ਐਂਡ ਆਰਡਰ ਨੂੰ ਗੰਭੀਰ ਖਤਰਾ ਪੈਦਾ ਹੋ ਜਾਣਾ ਹੈ। ਔਰ ਕੈਪਟਨ ਅਮਰਿੰਦਰ ਸਿੰਘ ਨੇ ਗਵਰਨਰ ਨੂੰ ਇਹ ਯਾਦ ਕਰਵਾਈ ਹੈ ਕਿ ਇਹ ਮਤ ਭੁੱਲੋ, ਪੰਜਾਬ ਜਿਹੜਾ ਹੈਗਾ ਇਹ ਸੂਬਾ ਬਾਰਡਰ ਦੇ ਨਾਲ ਲੱਗਦਾ, ਪਾਕਿਸਤਾਨ ਦੇ ਨਾਲ ਲੱਗਦਾ ਹੈ। ਤੁਹਾਡੀਆਂ ਖੁਫੀਆ ਏਜੰਸੀਆਂ, ਤੁਹਾਡੀ ਕੇਂਦਰ ਸਰਕਾਰ, ਤੁਹਾਡਾ ਜਿਹੜਾ ਖੁਫੀਆ ਤੰਤਰ ਉਹ ਇਹ ਗੱਲ ਕਹਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਗੜਬੜ ਕਰਵਾਉਣ ਵਾਸਤੇ ਪੱਬਾਂ ਭਾਰ ਹੋਇਆ ਫਿਰਦਾ ਪਾਕਿਸਤਾਨ। ਪਾਕਿਸਤਾਨ ਦੇ ਨਾਲ ਸਾਡੀ ਅਣਬਣ ਹੈ, ਉਹ ਜ਼ਰੂਰ ਇੱਥੇ ਗੜਬੜ ਕਰਵਾਊਗਾ, ਪਰ ਗੜਬੜ ਤਾਂ ਹੀ ਹੋਊਗੀ ਨਾ ਜੇ ਅਸੀਂ ਗੜਬੜ ਵਾਸਤੇ ਪਹਿਲਾਂ ਗਰਾਊਂਡ ਤਿਆਰ ਕਰਾਂਗੇ। ਸੋ ਗਵਰਨਰ ਸਾਹਿਬ ਨੂੰ ਕਿਹਾ ਕਿ ਜੇ ਤੁਸੀਂ ਇਸ ਜਿਹੜੀ ਹੈਗੀ ਹੈ ਕਾਨੂੰਨ ਨੂੰ ਨੋਟੀਫਾਈ ਕਰ ਦਿੱਤਾ, ਇਹਨੂੰ ਪ੍ਰਵਾਨਗੀ ਦੇ ਦਿੱਤੀ, ਤੇ ਫਿਰ ਪੰਜਾਬ ਦੇ ਵਿੱਚ ਗੜਬੜ ਹੋ ਸਕਦੀ ਹੈ। ਇਸ ਗੜਬੜ ਨੂੰ ਰੋਕਿਆ ਨਹੀਂ ਜਾਣਾ। ਇਹਦੇ ਚੰਦੀ ਸਾਹਿਬ ਮੇਰਾ ਖਿਆਲ ਹੈ ਵੀ ਕੈਪਟਨ ਅਮਰਿੰਦਰ ਸਿੰਘ ਕਹੇ ਜਾਂ ਨਾ ਕਹੇ, ਇਹ ਅਸੀਂ ਸਾਰੇ ਲੋਕ ਜਾਣਦੇ ਹਾਂ ਕਿ ਪਹਿਲਾਂ ਵੀ ਪੰਜਾਬ ਦੇ ਵਿੱਚ ਜਿਹੜੀ ਗੜਬੜ ਹੋਈ ਹੈ ਉਹ SYL ਨਹਿਰ ਤੋਂ ਸ਼ੁਰੂ ਹੋਈ ਸੀ, ਕਿਉਂਕਿ ਚਾਹੇ ਜ਼ਮੀਨ ਹੈ, ਚਾਹੇ ਜ਼ਮੀਨ ਨਾਲ ਜੁੜੇ ਕਾਨੂੰਨ ਹੈ, ਚਾਹੇ ਪਾਣੀ ਹੈ, ਇਹ ਮੁੱਦੇ ਪੰਜਾਬ ਦੀ ਸ਼ਾਹ ਰਗ ਹੈ। ਜਦੋਂ ਕੋਈ ਬੰਦਾ ਸ਼ਾਹ ਰਗ ਨੂੰ, ਕੋਈ ਸਰਕਾਰ ਸ਼ਾਹ ਰਗ ਨੂੰ ਹੱਥ ਪਾਉਂਦੀ ਹੈ ਤੇ ਉਦੋਂ ਪੰਜਾਬੀ ਤੜਪਦੇ ਹੈ। ਹੁਣ ਵੀ ਜੇ ਅਸੀਂ ਦੇਖੀਏ ਜਿਹੜੇ ਅੰਦੋਲਨ ਚੱਲਦੇ ਆ, ਉਹਨਾਂ ਅੰਦੋਲਨਾਂ ਦਾ ਤੁਸੀਂ ਜਿਹੜਾ ਹੈਗਾ ਜਲਾਓ ਦੇਖਣ ਵਾਲਾ ਹੈ। ਇਸ ਵੇਲੇ 2 ਵੱਡੇ ਜਿਹੜੇ ਹੈਗੇ ਆ ਧਰਨੇ ਲੱਗੇ ਹੋਏ ਆ, ਇੱਕ ਪਟਿਆਲੇ 'ਚ ਲੱਗਿਆ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ, ਤੇ ਦੂਜਾ ਜਿਹੜਾ ਹੈਗਾ ਬਾਦਲ ਪਿੰਡ ਦੇ ਵਿੱਚ ਲੱਗਿਆ ਸਾਬਕਾ ਮੁੱਖ ਮੰਤਰੀ ਦੇ ਆਪਣੇ ਘਰ ਦੇ ਅੱਗੇ।
ਹਾਲ ਤੇ ਹੈ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਛੱਡ ਕੇ ਜਾ ਚੁੱਕੇ ਹੈ ਜੀ। ਉਹ ਇਸ ਵੇਲੇ ਉਹਨਾਂ ਦਾ ਜਿਹੜਾ ਬਾਲਾਸਰ ਫਾਰਮ ਹਾਊਸ ਹੈ ਉੱਥੇ ਬੈਠ ਕੇ ਆਰਾਮ ਕਰਦੇ ਆ। ਪਿਛਲੇ ਕੁਝ ਦਿਨਾਂ ਤੋਂ ਚਲੇ ਗਏ ਸੀ। ਇਹਦਾ ਕਾਰਨ ਵੀ ਹੈ ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਫੇਸਬੁੱਕ ਦੇ ਉੱਤੇ ਕੀਤਾ ਗਿਆ। ਫੇਸਬੁੱਕ ਦੇ ਜ਼ਰੀਏ ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਕਿ ਇਹ ਕਾਨੂੰਨ ਜਿਹੜੇ ਹੈਗੇ ਕਿਸਾਨਾਂ ਦੇ ਪੱਖ ਵਿੱਚ ਹੋਣਗੇ। ਉਹਨਾਂ ਨੇ ਕਿਹਾ ਸੀ ਕਿ MSP ਖਤਮ ਨਹੀਂ ਹੋਊਗੀ। ਇਹ ਚੀਜ਼ਾਂ ਜਦੋਂ ਫੇਸਬੁੱਕ ਦੇ ਜਰੀਏ ਲੋਕਾਂ ਤੱਕ ਪਹੁੰਚ ਗਈਆਂ ਤੇ ਇਹਦੀ ਫਿਰ ਤੋਏ ਵੀ ਵਾਹ ਹੋਈ ਹੈ। ਮੇਰਾ ਖਿਆਲ ਹੈ ਵੀ ਬਾਦਲ ਸਾਹਿਬ ਫਰਸਟ੍ਰੇਟ ਹੋ ਗਿਆ। ਪਹਿਲਾ ਮੌਕਾ ਹੈ ਜਦੋਂ ਪੰਜਾਬ ਦੇ ਵਿੱਚ ਕੋਈ ਐਡਾ ਗੰਭੀਰ ਅੰਦੋਲਨ ਚੱਲਦਾ ਹੋਵੇ, ਗੈਰ ਗੰਭੀਰ ਪੰਜਾਬ ਦੇ ਕਿਸਾਨਾਂ ਦੀ ਹੋਣੀ ਨੂੰ ਲੈ ਕੇ ਅੰਦੋਲਨ ਚੱਲਦਾ ਹੋਵੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਛੱਡ ਕੇ ਹਰਿਆਣੇ ਦੇ ਵਿੱਚ ਆਪਣੇ ਬਾਲਾਸਰ ਫਾਰਮ ਹਾਊਸ ਦੇ ਵਿੱਚ ਰਹਿਣ ਲੱਗ ਜਾਣ। ਇਹ ਪਹਿਲਾ ਮੌਕਾ ਹੋਇਆ। ਜਿੱਥੋਂ ਤੱਕ ਇਹਨਾਂ ਦੋਨਾਂ ਅੰਦੋਲਨਾਂ ਦੀ ਸਥਿਤੀ ਹੈ, ਇਹਨਾਂ ਅੰਦੋਲਨਾਂ ਦੇ ਵਿੱਚ ਜਿਹੜੇ ਆਮ ਲੋਕ ਸ਼ਾਮਲ ਹੋਏ ਸੀ, ਕਿਸਾਨ ਮਜ਼ਦੂਰ, ਉਹ ਪਹਿਲੇ ਦਿਨ ਤੋਂ ਹੀ ਸ਼ਾਮਲ ਹੋ ਗਏ ਸੀ। ਲੇਕਿਨ ਮੈਂ ਦੋ ਲੱਛਣ ਇਸ ਅੰਦੋਲਨ ਦੇ ਹੋਰ ਦੇਖੇ ਹੈ। ਇਹ ਵੀ ਪਹਿਲਾ ਮੌਕਾ ਹੈ ਕਿ ਐਤਕੀ ਇਸ ਅੰਦੋਲਨ ਦੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਕਿਤੇ ਵੱਧ ਹੈ। ਪਹਿਲਾਂ ਬਜ਼ੁਰਗ ਬੁੱਢੇ ਜਿਹੜੇ ਲੋਕ ਹੁੰਦੇ ਸੀ ਜਾਂ ਬੀਬੀਆਂ ਹੁੰਦੀਆਂ ਸੀ, ਉਹਨਾਂ ਨੂੰ ਘਰਾਂ ਤੋਂ ਤੋੜ ਦਿੰਦੇ ਕਿ ਤੁਸੀਂ ਜਾਓ, ਤੁਸੀਂ ਕੀ ਕਰੋਗੇ ਘਰਾਂ ਦੇ ਵਿੱਚ ਬੈਠ ਕੇ ਤੇ ਤੁਸੀਂ ਅੰਦੋਲਨ ਕਰੋ। ਇਹ ਪਹਿਲਾ ਮੌਕਾ ਹੈ ਜਦੋਂ ਅੰਦੋਲਨ ਦਾ ਕਰੈਕਟਰ ਬਦਲ ਚੁੱਕਾ ਹੈ। ਅੰਦੋਲਨ ਦਾ ਜਿਹੜਾ ਏਜ ਗਰੁੱਪ ਆ ਬਦਲ ਚੁੱਕਾ ਹੈ। ਹੁਣ 30-35 ਸਾਲ ਦੇ ਜਿਹੜੇ ਨੌਜਵਾਨ ਹੈ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਹੈ। ਨੌਜਵਾਨ ਸ਼ਕਤੀ ਬਾਰੇ ਆਪਾਂ ਜਾਣਦੇ ਹਾਂ ਕਿ ਨੌਜਵਾਨ ਸ਼ਕਤੀ ਹੈ ਜਿਹੜੀ ਇਹ ਦਰਿਆਵਾਂ ਦੇ ਵਹਿਣ ਮੋੜ ਦਿੰਦੀ ਹੈ। ਨੌਜਵਾਨ ਜਦੋਂ ਮੈਦਾਨ ਦੇ ਵਿੱਚ ਉਤਰਦੇ ਆ ਬਹੁਤ ਕੁਝ ਕਰ ਦਿੰਦੇ ਆ ਕਿਉਂਕਿ એનર્ਜੀ ਹੁੰਦੀ ਹੈ, ਜੋਸ਼ ਹੁੰਦਾ ਹੈ। ਜਦੋਂ ਜੋਸ਼ ਤੇ ਤਾਕਤ ਦੋਨਾਂ ਦਾ ਮਿਲਾਪ ਹੋਵੇ ਤੇ ਨਾਲ ਬਜ਼ੁਰਗਾਂ ਦਾ ਤਜਰਬਾ ਹੋਵੇ, ਉਹ ਅੰਦੋਲਨ ਕਦੇ ਫੇਲ ਨਹੀਂ ਹੁੰਦੇ, ਅੰਦੋਲਨ ਕਾਮਯਾਬ ਹੁੰਦੇ ਹੈ। ਸੋ ਇਸ ਸਾਰੇ ਕਾਸੇ ਨੂੰ ਦੇਖਦਿਆਂ ਹੋਇਆ ਕੱਲ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਗਵਰਨਰ ਨੂੰ ਮੈਮੋਰੰਡਮ ਦੇ ਕੇ ਬਾਹਰ ਆਏ ਤੇ ਫਿਰ ਉਹਨਾਂ ਨੂੰ ਮੀਡੀਆ ਵਾਲਿਆਂ ਨੇ ਘੇਰ ਲਿਆ। ਮੀਡੀਆ ਵਾਲਿਆਂ ਨੇ ਇਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਇੱਕ ਪਾਸੇ ਤੁਸੀਂ ਅੰਦੋਲਨ ਕਰ ਰਹੇ ਹੋ, ਅੰਦੋਲਨ ਵਾਲਿਆਂ ਦੀ ਹਮਾਇਤ ਕਰ ਰਹੇ ਹੋ, ਗਵਰਨਰ ਸਾਹਿਬ ਨੂੰ ਤੁਸੀਂ ਮੈਮੋਰੰਡਮ ਦੇ ਰਹੇ ਹੋ। ਦੂਜੇ ਪਾਸੇ ਤੁਹਾਡੀ ਪੁਲਿਸ ਨੇ ਕਈ ਥਾਈਂ ਕਿਸਾਨਾਂ ਦੇ ਖਿਲਾਫ ਕੇਸ ਦਰਜ ਕਰ ਲਏ। ਖਾਸ ਕਰਕੇ ਹਰੀਕੇ ਜਿਹੜਾ ਹਰੀਕੇ ਹੈਡ ਹੈਗਾ, ਹਰੀਕੇ ਹੈਡ ਦੇ ਉੱਤੇ ਜਿਹੜਾ ਮੋਰਚਾ ਲਾਇਆ ਹੋਇਆ ਹੈ, ਉੱਤੇ ਜਿਹੜਾ ਪੱਕਾ ਮੋਰਚਾ ਲਾਇਆ ਸੀ ਕਿਸਾਨਾਂ ਨੇ, ਹੁਣ ਤਾਂ ਚੁੱਕ ਦਿੱਤਾ ਹੈ। ਉਹ ਰਸਤਾ ਰੋਕਣ ਦੇ ਐਕਟ ਦੇ ਤਹਿਤ 144 ਦੇ ਤਹਿਤ ਉੱਥੇ ਸੈਂਕੜੇ ਕਿਸਾਨਾਂ ਦੇ ਖਿਲਾਫ ਇੱਕ FIR ਦਰਜ ਕਰ ਦਿੱਤੀ ਸੀ। ਪੁਲਿਸ ਦਾ ਕਰੈਕਟਰ ਆਪਾਂ ਜਾਣਦੇ ਹਾਂ ਕਿ ਪੁਲਿਸ ਇਹੋ ਜਿਹਾ ਜਦੋਂ ਕੋਈ ਮਾਮਲਾ ਹੁੰਦਾ ਪਰਚਾ ਦੇਣ ਲੱਗੀ ਮਿੰਟ ਲਾਉਂਦੀ ਹੈ, ਇਮੀਡੀਏਟ ਲਾ ਦਿੰਦੀ ਹੈ। ਕੈਪਟਨ ਨੇ ਫਿਰ ਉੱਥੇ ਖੜੇ ਐਲਾਨ ਕਰ ਦਿੱਤਾ ਕਿ ਕਿਸਾਨਾਂ ਦੇ ਖਿਲਾਫ ਜਿਹੜੇ ਕੇਸ ਦਰਜ ਹੋਏ ਆ ਉਹ ਸਾਰੇ ਦੇ ਸਾਰੇ ਕੇਸ ਜਿਹੜੇ ਆ ਰੱਦ। ਇਹਨਾਂ ਨੂੰ ਹੁਣੇ ਹੁਕਮ ਦੇ ਦਿੱਤਾ DGP ਨੂੰ ਕਿ ਸਭ ਨੂੰ ਰੱਦ ਕਰ ਦਿਓ ਕਿਉਂਕਿ ਕਿਸਾਨ ਜਿਹੜੀ ਹੈਗੀ ਆ ਕੋਈ ਇਹ ਮਸਤੇ ਹੋਏ ਜੀ ਕਿ ਮਸਤੇ ਹੋਏ ਆ ਕੇ ਇਹਨਾਂ ਨੇ ਦਰਖਤ ਵੱਢ ਕੇ ਰੋਕਣੇ ਸ਼ੁਰੂ ਕਰ ਦਿੱਤੇ। ਇਹ ਇੱਕ ਦਰਦ ਹੈ ਇਹਨਾਂ ਦੇ ਕੋਲੇ, ਇਹਨਾਂ ਨੂੰ ਇੱਕ ਤਕਲੀਫ ਹੈ ਔਰ ਤਕਲੀਫ ਦੀ ਵਜ੍ਹਾ ਕਾਰਨ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰ ਰਹੇ ਹੈ। ਉਹ ਆਪਣੀ ਹੋਂਦ ਨੂੰ ਲੈ ਕੇ, ਆਪਣੀ ਹੋਣੀ ਨੂੰ ਲੈ ਕੇ ਸੰਘਰਸ਼ ਕਰਦੇ। ਇਸ ਲਈ ਉਹਨਾਂ ਦੇ ਖਿਲਾਫ ਕੋਈ FIR ਦਰਜ ਨਹੀਂ ਹੋਣਾ ਚਾਹੀਦਾ। FIR ਜਿਹੜੇ ਪੁਰਾਣੇ FIR ਹੋ ਗਈਆਂ 144 ਦੇ ਤਹਿਤ ਉਹ ਰੱਦ ਕਰੋ, ਨਵੀਂ FIR ਕੋਈ ਦਰਜ ਨਹੀਂ ਕਰਨੀ। ਇਹ ਵੀ ਉਹਨੇ ਐਲਾਨ ਕੀਤਾ ਕਿ ਮੇਰੀ ਸਰਕਾਰ ਤੇ ਮੇਰੀ ਪਾਰਟੀ ਕਿਸਾਨਾਂ ਦੇ ਇਸ ਅੰਦੋਲਨ ਦੀ ਜਿਹੜੀ ਹੈ ਡਟਵੀਂ ਹਮਾਇਤ ਕਰ ਰਹੀ ਹੈ। ਕਿਸਾਨਾਂ ਨੂੰ ਚਾਹੀਦਾ ਕਿ ਉਹ ਆਪਣਾ ਅੰਦੋਲਨ ਦਿੱਲੀ ਵੱਲ ਕੇਂਦਰਿਤ ਕਰਨ। ਹੁਣ ਜਿਹੜੀਆਂ ਖਬਰਾਂ ਆ ਰਹੀਆਂ ਇਹ ਗੱਲਾਂ ਵੀ ਆ ਰਹੀਆਂ ਕਿ ਕੱਲ ਕੁਝ ਕਿਸਾਨਾਂ ਨੇ ਯਤਨ ਕੀਤਾ ਸੀ, ਜੰਤਰ ਮੰਤਰ ਤੇ ਪਹੁੰਚ ਗਏ ਸੀ, ਜੰਤਰ ਮੰਤਰ ਦੇ ਉੱਤੇ ਕਾਲੇ ਕੱਪੜੇ ਪਾ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ, ਉਹਨਾਂ ਨੂੰ ਅਰੈਸਟ ਕਰ ਲਿਆ। ਹਰਿਆਣੇ ਤੇ ਦਿੱਲੀ ਦੇ ਬਾਰਡਰ ਦੇ ਉੱਤੇ ਕਾਫੀ ਸਾਰੇ ਕਿਸਾਨ ਜਿਹੜੇ ਇਕੱਠੇ ਹੋਏ, ਉਹਨਾਂ ਨੂੰ ਰੋਕਾਂ ਪਾ ਕੇ ਰੋਕਿਆ ਹੋਇਆ। ਉੱਤਰ ਪ੍ਰਦੇਸ਼ ਵਾਲੇ ਪਾਸੋਂ ਵੀ ਕਿਸਾਨਾਂ ਦੇ ਕਾਫਲੇ ਚੱਲ ਪਏ ਦਿੱਲੀ ਵੱਲ ਆਉਣ ਤੇ। ਇਹ ਵੀ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਿਹੜੇ ਹੈਗੇ ਆਪਣੇ ਸੰਘਰਸ਼ ਨੂੰ ਕੇਂਦਰ ਦੇ ਵਿਰੁੱਧ ਹੀ ਕਰ ਰਹੇ ਹੈ ਔਰ ਅੰਦਰੋਂ ਜੋ ਕਨਸੋਆ ਮਿਲ ਰਹੀਆਂ ਉਹਨਾਂ ਦੇ ਜੋ ਸੋਰਸਸ ਦੱਸਦੇ ਹੈ ਕਿ ਹੁਣ ਜਿਹੜੀਆਂ ਰੇਲਵੇ ਲਾਈਨਾਂ ਦੇ ਉੱਤੇ ਧਰਨੇ ਲਾਏ ਜਾਣਗੇ, ਰੇਲਾਂ ਦੀ ਜਿਹੜੀ ਆਵਾਜਾਈ ਹੈ ਉਹ ਰੋਕੀ ਜਾਊਗੀ। ਅਗਲੀ ਉਹਨਾਂ ਨੇ ਜਿਹੜੀ ਹੈਗੀ ਹੈ ਜਿਹੜੀ ਪਾਲਿਸੀ ਬਣਾਈ ਉਹ ਪਾਲਿਸੀ ਵੀ ਬੜੀ ਭਿਆਨਕ ਹੈ। ਉਹਦੇ ਤੇ ਹੈ ਕਿ ਜਿਨ੍ਹਾਂ ਪਾਰਲੀਮੈਂਟ ਦੇ ਮੈਂਬਰਾਂ ਨੇ, ਜਿਨ੍ਹਾਂ ਲੀਡਰਾਂ ਨੇ ਇਹਨਾਂ ਬਿੱਲਾਂ ਦੀ ਹਮਾਇਤ ਕੀਤੀ ਹੈ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ, ਉਹਨਾਂ ਨੂੰ ਰੋਕਿਆ ਜਾਊਗਾ, ਜ਼ਬਰਦਸਤੀ ਨਾਕਾਬੰਦੀ ਕਰਕੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਊਗਾ। ਇਹ ਬਹੁਤ ਗੰਭੀਰ ਮਾਮਲਾ ਹੈ। ਇਹਦੇ ਨਾਲ ਹੀ ਜੇ ਦੇਖੀਏ ਤਾਂ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਤਕਰੀਰ ਵੀ ਕੀਤੀ ਸੀ ਤੇ ਬਾਹਰ ਮੀਡੀਆ ਨੂੰ ਆ ਕੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਵੋਟ ਪਾ ਕੇ ਆਇਆ ਇਹਨਾਂ ਦੇ ਖਿਲਾਫ ਤੇ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਸੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਹੜੇ ਇਕੱਲੇ ਹੀ ਆਪਣੀ ਪਾਰਟੀ ਦੇ ਪਾਰਲੀਮੈਂਟ ਦੇ ਮੈਂਬਰ ਲੋਕ ਸਭਾ 'ਚ ਔਰ ਕਾਂਗਰਸ ਪਾਰਟੀ ਵਾਲਿਆਂ ਨੂੰ ਕਿ ਇਹਨਾਂ ਦੇ ਜਿਹੜੇ MP ਆ ਉਹ ਛੱਡ ਕੇ ਚਲੇ ਗਏ ਸੀ। ਅੱਜ ਭਗਵੰਤ ਸਿੰਘ
ਮਾਨ ਦਾ ਬਿਆਨ ਆਇਆ ਕਿ ਸੁਖਬੀਰ ਸਿੰਘ ਬਾਦਲ ਕੋਰਾ ਝੂਠ ਬੋਲ ਰਿਹਾ ਹੈ ਜੀ। ਉਹਨੇ ਸ਼ਬਦ ਗੱਪੀ ਤੱਕ ਵਰਤਿਆ ਕਿ ਗੱਪੀ ਇਹਨੂੰ ਗੱਪ ਮਾਰਨ ਦੀ ਆਦਤ ਹੈ। ਉਹ ਕਹਿੰਦਾ ਬੋਲਿਆ ਜ਼ਰੂਰ ਸੀ ਲੇਕਿਨ ਵੋਟਿੰਗ ਤਾਂ ਹੋਈ ਨਹੀਂ। ਉੱਥੇ ਤਾਂ ਸਿਰਫ ਤੇ ਸਿਰਫ ਜਿਹੜੀ ਆਵਾਜ਼ ਦੇ ਨਾਲ, ਜਿਹਨੂੰ ਅਸੀਂ ਕਹਿੰਦੇ ਆਵਾਜ਼ ਨਾਲ ਉਹਨੂੰ ਪ੍ਰਵਾਨਗੀ ਦਿੱਤੀ ਹੈ। ਗਵਰਨਰ ਜਿਹੜੇ ਸਪੀਕਰ ਸਾਹਿਬ ਨੇ ਪੁੱਛਿਆ ਕਿ ਜਿਹੜੇ ਇਹਦੇ ਹੱਕ ਵਿੱਚ ਆ ਉਹ ਕਹਿੰਦੇ ਹਾਂ, ਜਿਹੜੇ ਇਹਦੇ ਖਿਲਾਫ ਆ ਉਹ ਕਹਿੰਦੇ ਨਾ। ਉਹ ਕਹਿੰਦਾ ਮੈਂ ਬੜੀ ਉੱਚੀ ਆਵਾਜ਼ ਦੇ ਵਿੱਚ ਨਾ ਕਹੀ ਸੀ ਕਿ ਮੈਨੂੰ ਇਹ ਬਿੱਲ ਪ੍ਰਵਾਨ ਨਹੀਂ। ਮੈਂ ਤਕਰੀਰ ਵੀ ਕੀਤੀ ਸੀ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਨਾ ਹਾਂ ਕਹੀ ਹੈ ਤੇ ਨਾ ਕਹੀ ਹੈ। ਬਾਹਰ ਆ ਕੇ ਉਹਨੇ ਚੀਚੀ ਨੂੰ ਉਂਗਲ ਲਾ ਕੇ ਸ਼ਹਾਦਤ ਦੇਣ ਦਾ ਇੱਕ ਮਤਲਬ ਜਿਹੜਾ ਹੈਗਾ ਦਾਅਵਾ ਜ਼ਰੂਰ ਕੀਤਾ ਹੈ। ਔਰ ਇਹਦੇ ਨਾਲ ਹੀ ਉਹਨੇ ਇਹ ਵੀ ਸਵਾਲ ਖੜਾ ਕਰਤਾ ਭਗਵੰਤ ਸਿੰਘ ਮਾਨ ਨੇ ਕਿ ਜਦੋਂ ਇਹ ਬਿੱਲ ਦੇ ਉੱਤੇ ਡਿਸਕਸ਼ਨ ਹੋ ਰਹੀ ਸੀ ਪਾਰਲੀਮੈਂਟ ਦੇ ਅੰਦਰ, ਲੋਕ ਸਭਾ ਦੇ ਅੰਦਰ, ਉਸ ਵੇਲੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਕਿੱਥੇ ਸੀ, ਇਹ ਗੱਲ ਦਾ ਜਵਾਬ ਵੀ ਸੁਖਬੀਰ ਸਿੰਘ ਬਾਦਲ ਦੇਣ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਕਿਸਾਨ ਅੰਦੋਲਨ ਜਿਹੜਾ ਹੈਗਾ, ਕਿਸਾਨ ਅੰਦੋਲਨ ਜਿਹੜਾ ਆਪਣੀ ਚਰਮ ਸੀਮਾ ਤੇ ਹੈ। ਅਗਲਾ ਕੋਈ ਨਵਾਂ ਐਕਸ਼ਨ ਕਰਨ ਦੇ ਲਈ ਇਹ ਅੰਗੜਾਈਆਂ ਲੈ ਰਹੇ ਹੈ। ਔਰ ਇੱਕ ਗੱਲ ਸਾਨੂੰ ਇਹ ਮੰਨਣੀ ਪੈਣੀ ਹੈ ਕਿ ਬਹੁਤ ਲੰਬੇ ਅਰਸੇ ਬਾਅਦ ਜਿਹੜੀ ਸਿਆਸਤ ਤੋਂ ਉੱਪਰ ਉੱਠ ਕੇ ਕਿਸਾਨ ਜਿਹੜੇ ਆਪਣੀ ਹੋਂਦ ਨੂੰ ਲੈ ਕੇ ਇਕਮੁੱਠ ਹੋ ਰਹੇ ਹੈ। ਕਿਸੇ ਵੀ ਜਥੇਬੰਦੀ ਨੇ ਕੋਈ ਵੀ ਚਾਹੇ ਜਿਹੜਾ ਸੱਦਾ ਦਿੱਤਾ ਹੋਵੇ, ਉਸ ਸੱਦੇ ਨੂੰ ਕਿਸਾਨਾਂ ਦਾ ਹੁੰਗਾਰਾ ਜਿਹੜਾ ਆਪ ਮੁਹਾਰਾ ਮਿਲ ਰਿਹਾ। ਜੱਦੀ ਸਾਹਿਬ, ਮੈਂ ਕੱਲ ਬਾਦਲ ਪਿੰਡ ਦੇ ਵਿੱਚ ਗੇੜਾ ਮਾਰ ਕੇ ਆਇਆ, ਮੈਂ ਦੇਖ ਕੇ ਆਇਆ ਬਾਦਲ ਪਿੰਡ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹ ਤਾਂ ਪਹਿਲਾਂ ਬੈਠੇ ਹੈ। ਹੁਣ ਪਿੰਡਾਂ ਦੇ ਲੋਕ ਆਪ ਮੁਹਾਰੇ ਆ ਰਹੇ ਹੈ। ਪ੍ਰਸ਼ਾਸਨ ਨੇ ਕਿਸਾਨਾਂ ਦੀ ਬਿਜਲੀ ਵੀ ਕੱਟਦੀ ਸੀ ਜੋ ਲੰਗਰ ਤਿਆਰ ਕਰਦੇ ਸੀ, ਇਹਦੇ ਬਾਵਜੂਦ ਉਹਨਾਂ ਨੇ ਜਨਰੇਟਰ ਦਾ ਪ੍ਰਬੰਧ ਕੀਤਾ। ਸਾਰਾ ਪ੍ਰਬੰਧ ਕਰਕੇ ਉਹਨਾਂ ਨੇ ਆਪਣੀਆਂ ਜਿਹੜੀਆਂ ਹੈਗੀਆਂ ਲਾਈਟਾਂ ਵਗੈਰਾ ਦਾ ਇੰਤਜ਼ਾਮ ਕਰਕੇ ਲੰਗਰ ਪਾਣੀ ਫੇਰ ਬਣਾਉਣਾ ਸ਼ੁਰੂ ਕਰ ਦਿੱਤਾ। ਔਰ ਹੌਸਲੇ ਬੜੇ ਬੁਲੰਦ ਹੈ। ਉਹਨਾਂ ਹੌਸਲਿਆਂ ਨੂੰ ਉਸ ਵੇਲੇ ਹੋਰ ਵੀ ਜ਼ਿਆਦਾ ਮਤਲਬ ਜਿਹੜੀ ਅਫਜ਼ਾਈ ਹੁੰਦੀ ਹੈ ਉਹਨਾਂ ਦੇ ਚ ਵਾਧਾ ਹੁੰਦਾ ਹੈ ਜਦੋਂ ਪਿੰਡਾਂ ਦੇ ਵਿੱਚੋਂ ਆਮ ਕਿਸਾਨ ਦੁੱਧ ਲੈ ਕੇ, ਆਟਾ ਲੈ ਕੇ, ਸਬਜ਼ੀਆਂ ਲੈ ਕੇ ਉਸ ਮੋਰਚੇ ਵੱਲ ਨੂੰ ਵਧ ਰਹੇ ਹੈ। ਸੋ ਬੜੇ ਲੰਬੇ ਅਰਸੇ ਬਾਅਦ ਇਹ ਇੱਕ ਅਜਿਹਾ ਮੋਰਚਾ ਹੈ। ਮੈਂ ਜੇ ਦੇਖਾਂ ਇਤਿਹਾਸ ਦੇ ਆਪਾਂ ਵਰਕਿਆਂ ਨੂੰ ਫਰੋਲ ਗਏ ਤਾਂ ਜਦੋਂ ਭਾਖੜਾ ਡੈਮ ਬਣਿਆ, ਭਾਖੜਾ ਡੈਮ ਬਣਾਉਣ ਵੇਲੇ ਜਿਹੜੀਆਂ ਨਹਿਰਾਂ ਕੱਢੀਆਂ ਜਾ ਰਹੀਆਂ ਸੀ, ਉਹਨਾਂ ਨਹਿਰਾਂ ਨੂੰ ਕੱਢਣ ਵਾਸਤੇ ਇੱਕ ਟੈਕਸ ਲਾਇਆ ਹੋਇਆ ਸੀ, ਜਿਸ ਟੈਕਸ ਨੂੰ ਖੁਸ਼ ਹੈਸੀਅਤ ਟੈਕਸ ਕਹਿੰਦੇ ਹੁੰਦੇ ਸੀ। ਵਾਟਰਮੈਂਟ ਜਿਹੜੀ ਲੈਵੀ ਵੀ ਕਹਿ ਦਿੰਦੇ ਸੀ। ਔਰ ਖੁਸ਼ ਹੈਸੀਅਤ ਟੈਕਸ ਦੇ ਵਿਰੁੱਧ ਇੱਕ ਖੁਸ਼ ਹੈਸੀਅਤ ਮੋਰਚਾ ਲੱਗਿਆ ਸੀ। ਔਰ ਉਹ ਮੋਰਚਾ ਜਿਹੜਾ ਲੱਗਿਆ ਸੀ, ਉਸ ਮੋਰਚੇ ਦੇ ਮੈਨੂੰ ਦੀ ਪ੍ਰਾਪਤੀ ਕਿੰਨੀ ਵੱਡੀ ਹੈ ਮੇਰੇ ਉਹ ਯਾਦ ਹੈ। ਅੱਜ ਫਸਲਾਂ ਥਾਂ ਗਾਉਂਦੀਆਂ ਕਿਸ਼ਨਗੜੀ ਦੇ ਗੀਤ, ਇਹਦੇ ਨਾਲ ਇਹ ਕਿਹਾ ਸੀ ਐਤੀਆਣੇ ਦਾ ਮੋਰਚਾ। ਐਤੀਆਣਾ ਪਿੰਡ ਮੇਰਾ ਖਿਆਲ ਆ ਦੁਆਬੇ ਦੇ ਵਿੱਚ ਪਿੰਡ ਹੈ, ਉੱਥੇ ਇੱਕ ਮੋਰਚਾ ਲੱਗਿਆ ਸੀ। ਉੱਥੇ ਕਈ ਬੀਬੀਆਂ ਵੀ ਸ਼ਹੀਦ ਹੋ ਗਈਆਂ ਸੀ, ਲੋਕ ਸ਼ਹੀਦ ਹੋਏ ਸੀ। ਸੋ ਉਸ ਕਿਸਮ ਦਾ ਜਿਹੜਾ ਵਾਤਾਵਰਨ ਹੈ ਪੰਜਾਬ 'ਚ ਬਣ ਰਿਹਾ ਹੈ। ਮੇਰੇ ਖਿਆਲ ਮੁਤਾਬਕ ਇਹ ਮੋਰਚਾ ਜਿਹੜਾ ਹੈਗਾ ਇਹ ਕੇਂਦਰ ਸਰਕਾਰ ਨੂੰ ਗੋਡਨੀਆਂ ਪਰਨੇ ਕਰ ਦੂਗਾ। ਫਿਕਰ ਬਹੁਤ ਵੱਡਾ ਸ਼ੁਰੂ ਹੋ ਗਿਆ ਇਸ ਵੇਲੇ, ਕਿਉਂਕਿ ਜਿਹੜੀਆਂ ਕੇਂਦਰ ਦੀਆਂ ਖੁਫੀਆ ਏਜੰਸੀਆਂ ਉਹ ਕਿਸਾਨਾਂ ਦਾ ਰੌਂ ਭਾਂਪਦੀਆਂ। ਇੰਟੈਲੀਜੈਂਸ ਬਿਊਰੋ ਦੇ ਜਿਹੜੇ ਹੈਗੇ ਆ ਅਫੀਸਰ, ਉਹਨਾਂ ਦੇ ਕਰਮਚਾਰੀ ਕਿਸਾਨਾਂ ਨੂੰ ਜਾ ਕੇ ਪੁੱਛਦੇ ਹੈ ਕਿ ਹੁਣ ਤੁਸੀਂ ਅਗਲਾ ਕੀ ਕਰੋਗੇ। ਕਿਉਂਕਿ ਜਦੋਂ ਅੰਨਦਾਤਾ ਉੱਠ ਕੇ ਖੜਾ ਹੁੰਦਾ, ਜਦੋਂ ਖੇਤਾਂ ਦੇ ਪੁੱਤ ਉੱਠ ਕੇ ਖੜੇ ਹੁੰਦੇ ਹੈ, ਉਦੋਂ ਫਿਰ ਕੋਈ ਤਾਕਤ ਇਹਨਾਂ ਨੂੰ ਰੋਕ ਨਹੀਂ ਸਕਦੀ। ਕਿ ਹੁਣ ਖੇਤਾਂ ਦੇ ਪੁੱਤ ਜਿਹੜੇ ਆ ਪਾਰਟੀਬਾਜ਼ੀ ਤੋਂ, ਕੋਈ ਅਕਾਲੀ ਨਹੀਂ, ਕੋਈ ਕਾਂਗਰਸੀ ਨਹੀਂ, ਕੋਈ ਕਾਮਰੇਡ ਨਹੀਂ, ਕੋਈ ਆਮ ਆਦਮੀ ਪਾਰਟੀ ਨਹੀਂ, ਜਿਹੜਾ ਕਿਸਾਨ ਉਹ ਆਪਣੇ ਆਪ ਨੂੰ ਕਿਸਾਨ ਸਮਝ ਕੇ ਕਿਸੇ ਵੀ ਜਥੇਬੰਦੀ ਨੇ ਸੱਦਾ ਦਿੱਤਾ ਹੈ। ਚਾਹੇ ਉਹ ਬਲਬੀਰ ਸਿੰਘ ਰਾਜੇ ਦੀ ਜਥੇਬੰਦੀ ਦਿੰਦੀ ਹੈ, ਚਾਹੇ ਉਹ ਅਜਮੇਰ ਸਿੰਘ ਲੱਖੋਵਾਲ ਦੇ ਹੈਗੇ ਆ, ਚਾਹੇ ਉਹ ਜਿਹੜੇ ਹੈਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਵਾਲੇ ਆ, ਏਕਤਾ ਉਗਰਾਹਾਂ ਵਾਲੇ ਆ, ਕੋਈ ਵੀ ਜਥੇਬੰਦੀ ਜਿਹੜੀ ਦਿੰਦੀ ਹੈ, ਜਿਸ ਇਲਾਕੇ ਦੇ ਵਿੱਚ ਜਿਹਦਾ ਪ੍ਰਭਾਵ ਹੈ ਉਹ ਉਹਨਾਂ ਦੇ ਕੋਲੇ ਕਮਾਂਡ ਹੈ। ਲੇਕਿਨ ਲੋਕ ਜਿਹੜੇ ਹੈਗੇ ਉਹਦੇ ਵਿੱਚ ਵੱਡੀ ਪੱਧਰ ਦੇ ਵਿੱਚ ਸ਼ਾਮਲ ਹੋ ਰਹੇ ਹੈ ਜੀ।